चौपई या ते संकट को कुछ पाए, होए खालसा छित रह जाए। आए कंधारी एक बल भारी, सिंगन अनगन को दे मारी। वाहेगुरु जी का खालसा, वाहेगुरु जी की फतेह। पतत पावन भगत वत्सल कृपा निधान, अनाथ नाथ जगत गुरु। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। हाजरा हजूर जहरा जहूर, सर्ब कला भरपूर। धन धन श्री गुरु ग्रंथ साहिब जी महाराज गरीब नवाज जी दे पावन पवित्र चरण कमलों च जुड़ बैठे गुरु स्वरूप गुरु खालसा साध संगत जीओ, धमता दे पात्र हो। नेता प्रति गुरु चरणा च जुड़ के कलगी धर, पंथ दे वाले चिट्टियां बाजां वाले शमशेरे बहादुर। देग और तेग के धनी सतगुरु श्री गुरु गोबिंद सिंह साहिब जी महाराज जी दे पवित्र इतिहास दी लड़ीवार कथा बहुत ही अदब सत्कार ते शरदा सहित आप जी सरवण कर रहे। दयानिध अंतरयामी अपने सिखां नूं आउण वाले समय च जो वरतारा वरतना है, कुछ भविखत बचन सरवण करा रहे हैं कि किवें इन्हां मुगलों का राज समाप्त होना है, फिरंगियां ने इस देश ते काबज होना है, खालसे दा राज स्थापित होवेगा। पूरे फिरंगी आके किवें खालसे दे बल नूं छीण करके पंजाब दे उत्ते अपना कब्जा करनगे। वो भविखत बचन दशमेश पातशाह कलगीधर जी सिंघां नूं सरवण करा रहे। एक यमन दा महाराज जी ने दस्या आगम होवेगा, नादर आवेगा, हिंदुस्तान नूं लुटेगा। गुरु के खालसे दे नाल भी तिस दे जंग युद्ध होणगे। उहदे तो बाद एक यमन होर आवेगा। इशारा अहमद शाह अब्दाली वल है। इन्हां नूं दुरानी भी कहंदे ने कि अब्दाली आके किवें खालसे नूं दुखदाई साबित होवेगा। खालसे दे नाले दे जंग युद्ध होणगे। वो बचन महाराज जी सरवण करा रहे हैं। अब्दाली ने 1805 तो लैके बहुत लंबे समय दे दौरान कई हमले हिंदुस्तान ते कीते। जिन्हां हमलियां दे दौरान हिंदुस्तान की बहुत सारी संपदा विभूति ये लुट के ले जांदा रहा। कोई इन्हां दा रस्ता रोकण वाला नहीं सी। मरट्टियां ने यत्न कीता लड़न दा, पर पानीपत तो ही वापस चले गए अब्दाली कोलों हार के। अगर अब्दाली नूं किसे नकेल पाई ते पंजाब दी धरती ते खालसे पंथ ने पाई। भावें कि अब्दाली ने बहुत सारिया सिंघां दा नुकसान भी किया, बहुत सारिया शहीदियां होईयां, वड्डे घल्लूघारे होए, पर सिंह फिर सूरवीरता नाल, बहादरी नाल, दलेरी नाल अब्दाली दा राह रोकदे रहे। आओ
ਕੁਝ ਭਵਿੱਖਤ ਬਚਨ ਚੱਲ ਰਹੇ ਨੇ। ਸੋ ਸਾਖੀ ਦੇ ਆਧਾਰ ਤੇ ਬਚਨ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਹਨ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜਾਂ ਤੇ ਸੰਕਟ ਕੋ ਕੁਛ ਪਾਏ। ਮਹਾਰਾਜ ਜੀ ਬਚਨ ਕਰ ਰਹੇ ਨੇ ਮੇਰੇ ਖਾਲਸੇ ਨੂੰ ਬਹੁਤ ਵੱਡੇ ਸੰਕਟ ਦੇ ਸਮੇਂ ਵਿੱਚੋਂ ਵੀ ਲੰਘਣਾ ਪਵੇਗਾ। ਬਹੁਤ ਸਾਰੀਆਂ ਸ਼ਹੀਦੀਆਂ ਮੇਰਿਆਂ ਸਿੰਘਾਂ ਨੂੰ, ਸੂਰਬੀਰਾਂ ਨੂੰ, ਬਹਾਦਰਾਂ ਨੂੰ, ਯੋਧਿਆਂ ਨੂੰ ਉਹ ਦੇਣੀਆਂ ਪੈਣਗੀਆਂ। ਹੋਏ ਖਾਲਸਾ ਛਿਤ ਰਹਿ ਜਾਏ। ਅਖੀਰ ਨੂੰ ਖਾਲਸਾ ਹੀ ਰਹਿ ਜਾਏਗਾ। ਇਹ ਸਾਰੇ ਖਾਲਸੇ ਨੂੰ ਦੁੱਖ ਦੇਣ ਵਾਲੇ ਦੁਸ਼ਮਣ ਇਹ ਸਮਾਪਤ ਹੋ ਜਾਣਗੇ। ਇੱਕੋ ਰਹਿਸੀ ਖਾਲਸਾ, ਇੱਕ ਖਾਲਸਾ ਹੀ ਰਹਿ ਜਾਏਗਾ। ਆਏ ਕੰਧਾਰੀ ਇੱਕ ਬਲ ਭਾਰੀ। ਇੱਕ ਕੰਧਾਰੀ, ਕੰਧਾਰ ਤੋਂ ਯਾਨੀ ਕਿ ਦੁਰਾਨੀ ਅਹਿਮਦ ਸ਼ਾਹ ਅਬਦਾਲੀ ਮਹਾਰਾਜ ਜੀ ਕਹਿੰਦੇ ਜਿਹੜਾ ਬੜਾ ਬਲੀ ਹੋਵੇਗਾ, ਬੜਾ ਬਲਵਾਨ ਹੋਵੇਗਾ, ਉਹ ਹਿੰਦੁਸਤਾਨ ਤੇ ਹਮਲਾ ਕਰਕੇ ਆਵੇਗਾ। ਸਿੰਘਨ ਅਨਗਨ ਕੋ ਦੇ ਮਾਰੀ। ਬਹੁਤ ਸਾਰਿਆਂ ਸਿੰਘਾਂ ਨੂੰ ਸ਼ਹੀਦ ਕਰੇਗਾ ਅਬਦਾਲੀ। ਮਹਾਰਾਜ ਜੀ ਨੇ ਕੇਵਲ ਕੰਧਾਰੀ ਸ਼ਬਦ ਵਰਤਿਆ ਕਿ ਇੱਕ ਕੰਧਾਰੀ ਆਵੇਗਾ, ਯਾਨੀ ਕਿ ਅਬਦਾਲੀ ਵੱਲ ਇਸ਼ਾਰਾ ਹੈ। ਉਹ ਬਹੁਤ ਸਾਰਿਆਂ ਸਿੰਘਾਂ ਨੂੰ ਮਾਰ ਕੇ ਸ਼ਹੀਦ ਕਰੇਗਾ। ਵੱਡੇ ਘੱਲੂ ਘਾਰੇ ਵੱਲ ਇਸ਼ਾਰਾ ਹੋ ਰਿਹਾ ਹੈ। ਕੱਲ ਵੀ ਮੈਂ ਸੰਖੇਪ ਵਿੱਚ ਟੂਕ ਮਾਤਰ ਘੱਲੂ ਘਾਰੇ ਦਾ ਜ਼ਿਕਰ ਕੀਤਾ ਸੀ। ਵੱਡਾ ਘੱਲੂ ਘਾਰਾ ਜਿਹਦੇ ਵਿੱਚ 30 ਤੋਂ 40 ਹਜ਼ਾਰ ਤੱਕ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਐ ਵੀ ਮੇਰੇ ਪਿਤਾ ਨੇ ਦੱਸਿਆ ਸੀ ਕਿ 50,000 ਇੰਨੇ ਵੀ ਕਹਿੰਦੇ ਹੋ ਸਕਦੇ ਐ, ਯਾਨੀ ਕਿ ਗਿਣਤੀ ਮਿਣਤੀ ਤੋਂ ਪਰੇ ਦੀ ਬਾਤ ਹੈ। ਜਿਹੜੇ ਸਿੰਘ ਸਿੰਘਣੀਆਂ ਬੱਚੇ ਤੇ ਬਜ਼ੁਰਗ ਉਸ ਵੱਡੇ ਘੱਲੂ ਘਾਰੇ ਦੇ ਦੌਰਾਨ ਸ਼ਹੀਦ ਹੋਏ। ਇਸ ਘੱਲੂ ਘਾਰੇ ਵਿੱਚ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਜੋ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ, ਜੱਸਾ ਸਿੰਘ ਜੀ ਆਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਬੜੇ ਬੜੇ ਮਹਾਨ ਜਰਨੈਲ ਯੋਧੇ ਸਨ। ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਬਹਾਦਰ ਯੋਧੇ ਜਿਨ੍ਹਾਂ ਨੇ ਇਸ ਵੱਡੇ ਘੱਲੂ ਘਾਰੇ ਦੇ ਦੌਰਾਨ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ। ਸ਼ਹੀਦੀਆਂ ਹੋਈਆਂ। ਪਰ ਤੁਸੀਂ ਹੈਰਾਨ ਹੋਵੋਗੇ, ਇੱਕ ਮਹੀਨਾ ਨਹੀਂ ਪੈਣ ਦਿੱਤਾ ਸਿੰਘਾਂ ਨੇ। ਇੰਨਾ ਵੱਡਾ ਨੁਕਸਾਨ ਹੋਇਆ, ਇੰਨਾ ਵੱਡਾ ਨੁਕਸਾਨ ਕਦੇ ਪਹਿਲਾਂ ਸਿੰਘਾਂ ਦਾ ਨਹੀਂ ਸੀ ਹੋਇਆ। ਤਦ ਇਹਨੂੰ ਵੱਡਾ ਘੱਲੂ ਘਾਰਾ ਕਹਿੰਦੇ। 40,000 ਦੇ ਨੇੜੇ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ। ਤਕਰੀਬਨ ਅੱਧਾ ਹਿੱਸਾ ਖਾਲਸੇ ਦਾ ਸਮਾਪਤ ਹੋ ਗਿਆ। ਤਾਂ ਉਸੇ ਵਕਤ ਨਰੋਏ ਹੋ ਕੇ ਜਾਂਦਿਆਂ ਅਬਦਾਲੀ ਹਾਲੇ ਟੱਪਿਆ ਨਹੀਂ ਸੀ ਲਾਹੌਰ, ਜਾ ਘੇਰਾ ਪਾਇਆ ਤੇ ਅਬਦਾਲੀ ਦੀਆਂ ਹੀ ਫੌਜਾਂ ਲਿਆਂਦੀਆਂ ਸਾਰੀਆਂ। ਜਿਹੜੇ ਦਰਬਾਰ ਸਾਹਿਬ ਢਾਹ ਕੇ ਗਏ, ਸਰੋਵਰ ਪੂਰ ਕੇ ਗਏ, ਉਹਨਾਂ ਕੋਲੋਂ ਹੀ ਸਰੋਵਰ ਦੀ ਗਾਰ ਕਢਾ ਕੇ ਵੀ ਜਿਹਨਾਂ ਹੱਥਾਂ ਨਾਲ ਗਾਰ ਪਾਈ ਆ ਵਿੱਚ ਉਦਾਂ ਹੀ ਕੱਢੋ। ਸੋਧਾ ਲਾਇਆ। ਤੋ ਇਹ ਖਾਲਸਾ ਚੜ੍ਹਦੀ ਕਲਾ 'ਚ ਹੀ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਦੋਂ ਅਬਦਾਲੀ ਆਵੇਗਾ ਉਹ ਸਾਡੇ ਅਣਗਿਣਤ ਸਿੰਘਾਂ ਨੂੰ ਮਾਰ ਕੇ ਸ਼ਹੀਦ ਕਰੇਗਾ। ਕਟੇ ਸੀਸ ਕੇ ਲਗੇ ਅੰਬਾਰਾ। ਇੰਨੇ ਸਿੰਘ ਸ਼ਹੀਦ ਹੋਣਗੇ ਕਿ ਉਹਨਾਂ ਦੇ ਸਿਰਾਂ ਦੇ ਅੰਬਾਰ ਲੱਗ ਜਾਣਗੇ, ਢੇਰ ਲੱਗ ਜਾਣਗੇ। ਸਿਰਾਂ ਦੇ ਮੁੱਲ ਪੈਂਦੇ ਸੀ। ਗੰਜ ਉਚਾਰਿਆ ਗਿਆ ਸਿੰਘਾਂ ਦੇ ਸੀਸਾਂ ਦਾ।
ਯਾਨੀ ਕਿ ਇੱਕ ਵੱਡਾ ਢੇਰ ਲਾ ਦਿੱਤਾ ਜਾਂਦਾ ਸੀ ਲਾਹੌਰ ਲਿਜਾ ਕੇ। ਮਹਾਰਾਜ ਜੀ ਕਹਿੰਦੇ ਸਾਡੇ ਸਿੰਘਾਂ ਦੇ ਸਿਰਾਂ ਦੇ ਕੱਟਿਆਂ ਹੋਇਆਂ ਦੇ ਢੇਰ ਲੱਗੇ ਹੋਣਗੇ, ਉਹਨਾਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਣਗੇ। 6000 ਸਿੰਘ ਮੇਰਠ ਦੇ ਜੰਗ ਦੇ ਵਿੱਚ ਅਬਦਾਲੀ ਦੀਆਂ ਫੌਜਾਂ ਨਾਲ ਲੜ ਕੇ ਸ਼ਹੀਦ ਹੋਏ। ਅਬਦਾਲੀ ਨੇ ਉਹਨਾਂ ਸਾਰੇ ਸਿੰਘਾਂ ਦੇ ਸਿਰ ਵੱਢੇ, ਕਈ ਗੱਡਿਆਂ ਦੇ ਉੱਤੇ ਲੱਦੇ ਤੇ ਲਾਹੌਰ ਨੂੰ ਲੈ ਟੁਰਿਆ। ਜਦੋਂ ਘੱਗਰ ਟੱਪਿਆ ਨਾ ਸ਼ੰਭੂ ਦੇ ਨੇੜੇ, ਰਾਜਪੁਰੇ ਤੋਂ ਸ਼ੰਭੂ ਨੂੰ ਜਾਂਦਿਆਂ, ਇੱਥੇ ਬਾਬਾ ਮਿੱਤ ਸਿੰਘ ਜੀ 6000 ਸਿੰਘ ਉਹਨਾਂ ਦੇ ਸਿਰ ਲੈ ਕੇ ਜਾ ਰਿਹਾ, ਤੇ ਇਧਰੋਂ ਬਾਬੇ ਮਿੱਤ ਸਿੰਘ ਦੇ ਭਤੀਜੇ ਭਾਈ ਹਰੀ ਸਿੰਘ ਹੋਣਾ ਨੇ ਹੱਲਾ ਕੀਤਾ ਤੇ 6000 ਸਿੰਘਾਂ ਦੇ ਸਿਰ ਕਾਬੂ ਕੀਤੇ ਤੇ ਅਬਦਾਲੀ ਦੀਆਂ ਫੌਜਾਂ ਨੂੰ ਭਾਜੜਾਂ ਪਾਈਆਂ। ਉਸੇ ਜਗ੍ਹਾ ਤੇ ਉਹਨਾਂ 6000 ਸਿੰਘਾਂ ਦੇ ਸਿਰਾਂ ਦਾ ਫਿਰ ਅੰਤਮ ਸੰਸਕਾਰ ਕੀਤਾ। ਇਦਾਂ ਦੇ ਪਤਾ ਨਹੀਂ ਕਿਤਨੇ ਸਥਾਨ ਲਾਹੌਰ ਸ਼ਹਿਰ ਦੇ ਵਿੱਚ ਸਿੰਘਾਂ ਦੇ ਸਿਰਾਂ ਦੇ ਸੰਸਕਾਰ ਜਿੱਥੇ ਹੋਏ, ਉੱਥੇ ਸੀਸਗੰਜ, ਸ਼ਹੀਦਗੰਜ ਤੋਂ ਇੱਥੇ ਵੀ ਅਸਥਾਨ ਹੈ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਗੰਜ ਸਾਹਿਬ। ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਹੈ, ਉਹ ਕਹਿੰਦੇ ਸ਼ਹੀਦਗੰਜ ਤਹ ਨਾਮ ਕਹਾਵੈ, ਚੜ੍ਹੈ ਚੜਾਵੈ ਸੋ ਸੁਖ ਪਾਵੈ। ਕਹਿੰਦੇ ਜਿੱਥੇ ਉਹਨਾਂ 6000 ਸਿੰਘਾਂ ਦੇ ਸਿਰਾਂ ਦੇ ਸੰਸਕਾਰ ਕੀਤੇ ਗਏ, ਉਸ ਸਥਾਨ ਦਾ ਨਾਮ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੈ। ਉੱਥੇ ਸਤਕਾਰ ਸਹਿਤ ਜਾ ਕੇ ਜਿਹੜਾ ਨਮਸਕਾਰ ਕਰਦਾ, ਹਾਜ਼ਰੀ ਭਰਦਾ, ਯਥਾ ਸ਼ਕਤ ਭੇਟ ਕਰਦਾ ਹੈ, ਕਹਿੰਦੇ ਉਹਦੀਆਂ ਸੁਖਣਾ ਪੂਰੀਆਂ ਹੁੰਦੀਆਂ। ਤੋ ਕਲਗੀਧਰ ਸਵਾਮੀ ਦੱਸ ਰਹੇ ਨੇ, ਕਹਿੰਦੇ ਹੁਣ 6000 ਸਿੰਘਾਂ ਦੇ ਸਿਰ ਤੇ ਕਈ ਗੱਡਿਆਂ ਤੇ 70 ਤੋਂ ਵੱਧ ਗੱਡੇ ਸੀ ਜਿਹੜੇ ਲੱਦੇ ਹੋਏ ਸੀ ਕਿ ਸਿੰਘਾਂ ਦੇ ਸਿਰਾਂ ਦੇ, ਕਿਉਂਕਿ ਅਬਦਾਲੀ ਨੇ ਬਹੁਤ ਸਿੰਘ ਸ਼ਹੀਦ ਕੀਤੇ, ਉਹਨਾਂ ਦੇ ਸਿਰਾਂ ਦੇ ਮਹਾਰਾਜ ਜੀ ਕਹਿੰਦੇ ਇੱਕ ਵਾਰ ਅੰਬਾਰ ਲੱਗ ਜਾਣਗੇ। ਜਾਹੇ ਤੇਜ ਤਰ ਆਗੇ ਜਾਏ ਤੇਜ ਤਰ ਪਾਰਾ। ਪਰ ਖਾਲਸੇ ਦਾ ਤੇਜ, ਭਾਵੇਂ ਸ਼ਹੀਦੀਆਂ ਹੋਣਗੀਆਂ, ਪਰ ਖਾਲਸੇ ਦਾ ਤੇਜ ਫਿਰ ਵੀ ਦਿਨ ਪ੍ਰਤੀ ਦਿਨ ਵੱਧਦਾ ਚਲਾ ਜਾਏਗਾ, ਵੱਧਦਾ ਚਲਾ ਜਾਏਗਾ। ਖਾਲਸਾ ਜੀ ਸਾਡੀ ਜਿਹੜੀ ਜੇ ਕੁੱਲ ਉਮਰ ਮੰਨੀਏ ਤੇ ਸਾਡੀ ਉਮਰ ਦੂਜਿਆਂ ਧਰਮਾਂ ਦੇ ਮੁਕਾਬਲੇ ਹਾਲੇ ਬਿਲਕੁਲ ਛੋਟੀ ਹੈ ਧਰਮ ਦੀ। 550 ਸਾਲਾ ਮਹਾਰਾਜ ਜੀ ਦਾ ਬਣਾ ਕੇ ਹਟੇ ਆ, ਤਕਰੀਬਨ 500 ਸਾਲ ਪਹਿਲਾਂ ਹੀ ਸਿੱਖ ਧਰਮ ਮਹਾਰਾਜ ਜੀ ਨੇ ਬਣਾਇਆ। ਪਰ ਫਿਰ ਵੀ ਦੁਨੀਆ ਦੇ ਸੈਂਕੜੇ ਧਰਮਾਂ ਵਿੱਚੋਂ ਮਹਾਰਾਜ ਜੀ ਦੇ ਇਸ ਪੰਥ ਦਾ, ਖਾਲਸੇ ਪੰਥ ਦਾ ਬੋਲਬਾਲਾ ਹੈ, ਪ੍ਰਤਾਪ ਹੈ। ਪਾਤਸ਼ਾਹ ਕਹਿੰਦੇ ਸ਼ਹੀਦੀਆਂ ਹੋਣਗੀਆਂ, ਪਰ ਉਹਨਾਂ ਸ਼ਹੀਦੀਆਂ ਦੇ ਨਾਲ ਫਿਰ ਵੀ ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ, ਖਾਲਸੇ ਦਾ ਪ੍ਰਤਾਪ ਦਿਨ ਪ੍ਰਤੀ ਦਿਨ ਵਧੇਗਾ। ਮਥਰਾ ਕਤਲ ਕਰੇ ਇੱਕ ਬਾਰੀ। ਅਬਦਾਲੀ ਜਦੋਂ ਖਾਲਸੇ ਨਾਲ ਲੜਦਾ ਅੱਗੇ ਜਾਏਗਾ ਪੰਜਾਬ ਚੋਂ ਤੇ ਮਥੁਰਾ ਤੱਕ ਪਹੁੰਚੇਗਾ, ਮਥੁਰਾ ਨੂੰ ਜਾ ਕੇ ਅਬਦਾਲੀ ਕਤਲ ਕਰੇਗਾ ਇੱਕ ਵਾਰੀ। ਦੇਹ ਦੇਸ਼ ਕੋ ਡਰ ਬਲ ਧਾਰੀ। ਮਥੁਰਾ ਜਾ ਕੇ ਕਤਲ ਕਰੇਗਾ ਸਾਰੇ ਹਿੰਦੁਸਤਾਨ ਨੂੰ। ਉਹ ਅਬਦਾਲੀ, ਉਹ ਕੰਧਾਰੀ ਬੜਾ ਭਿਆਨਕ ਡਰ ਤੇ ਭੈ ਪੈਦਾ ਕਰੇਗਾ। ਉਧਰ ਮਰਹੱਟੇ ਵੀ ਸਹਿਮ ਦੇ ਵਿੱਚ, ਡਰ ਵਿੱਚ ਆ ਜਾਣਗੇ ਅਬਦਾਲੀ ਦਾ ਤੇਜ ਵੇਖ ਕੇ। ਸਹੇ ਨ ਤੇਜ ਤਾਏ ਕੋ ਕੋਈ। ਅਬਦਾਲੀ ਇੰਨਾ ਬਲੀ ਹੋਵੇਗਾ ਕਿ ਉਹਦਾ ਤੇਜ ਖਾਲਸੇ ਪੰਥ ਤੋਂ ਇਲਾਵਾ ਹੋਰ ਨਹੀਂ ਕੋਈ ਹਿੰਦੁਸਤਾਨ 'ਚ ਸਹਿ ਸਕੇਗਾ। ਔਰ ਇਹਦੇ 'ਚ ਕੋਈ ਦੋ ਰਾਏ ਨਹੀਂ, ਖਾਲਸੇ ਤੋਂ ਬਿਨਾਂ ਅਬਦਾਲੀ ਨੂੰ ਕਿਸੇ ਨਕੇਲ ਵੀ ਨਹੀਂ ਪਾਈ। ਹਾਂਜੀ। ਧਰ ਪਰ ਫਿਰੇ ਜ਼ੋਰ ਪਰ ਸੋਈ। ਔਰ ਆਪਣੇ ਜ਼ੋਰ ਨਾਲ, ਆਪਣੇ ਬਲ ਨਾਲ ਅਬਦਾਲੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਫਿਰੇਗਾ। ਸੁਨ ਸਿੰਘਨ ਸਭ ਜੋਰੇ ਹਾਥ। ਜਦੋਂ ਮਹਾਰਾਜ ਜੀ ਨੇ ਦੱਸਿਆ ਨਾ ਵੀ ਐਸਾ ਇੱਕ ਕੰਧਾਰੀ ਆਏਗਾ
ਤੇ ਸੁਣ ਕੇ ਸਿੰਘਾਂ ਨੇ ਹੱਥ ਜੋੜ ਕੇ ਕਲਗੀਧਰ ਜੀ ਨੂੰ ਬੇਨਤੀ ਕੀਤੀ ਤੇ ਪੁੱਛਣ ਲੱਗੇ, ਤਬੇ ਖਾਲਸਾ ਰਹਿ ਕਿਮਨਾਥ। ਮਹਾਰਾਜ ਜਦੋਂ ਕੰਧਾਰੀ ਆਵੇਗਾ, ਅਬਦਾਲੀ ਜਿਹਦਾ ਜ਼ਿਕਰ ਆਪ ਜੀ ਕਰ ਰਹੇ ਹੋ ਆਵੇਗਾ, ਮਹਾਰਾਜ ਉਦੋਂ ਆਪ ਜੀ ਦਾ ਖਾਲਸਾ ਕਿਵੇਂ ਰਹੇਗਾ, ਆਪ ਜੀ ਦਾ ਪੰਥ ਕਿਵੇਂ ਰਹੇਗਾ? ਕਿਉਂਕਿ ਆਪ ਜੀ ਕਹਿ ਰਹੇ ਹੋ ਬੜਾ ਬਲਵਾਨ ਹੋਵੇਗਾ, ਉਹਦਾ ਤੇਜ ਬੜਾ ਹੋਵੇਗਾ, ਹਿੰਦੁਸਤਾਨ ਸਾਰਾ ਡਰ ਜਾਏਗਾ, ਸਹਿਮ ਵਿੱਚ ਆ ਜਾਏਗਾ, ਮਥੁਰਾ ਉਹ ਕਤਲ ਕਰੇਗਾ। ਮਹਾਰਾਜ ਉਸ ਵੇਲੇ ਆਪ ਜੀ ਦਾ ਪੰਥ ਕਿਵੇਂ ਰਹੇਗਾ? ਮਹਾਸ਼ਤਰੂ ਜਬ ਗਰਜੇ ਸਾਰੇ। ਕਿਉਂਕਿ ਜਦੋਂ ਇਹ ਮਹਾਸ਼ਤਰੂ ਵੱਡਾ ਬਲੀ ਸ਼ਤਰੂ ਗਰਜੇਗਾ, ਖੋਜ ਖੋਜ ਜਬ ਸਿੰਘਨ ਮਾਰੇ। ਕਿਉਂਕਿ ਆਪ ਜੀ ਕਹਿ ਰਹੇ ਹੋ ਵੀ ਉਹ ਸਿੰਘਾਂ ਨੂੰ ਲੱਭ ਲੱਭ ਕੇ ਮਾਰੇਗਾ, ਖੋਜ ਖੋਜ ਕੇ ਮਾਰੇਗਾ। ਅਬ ਚਲ ਪੰਥ ਰਚਿਓ ਤੁਮ ਸੁਆਮੀ। ਮਹਾਰਾਜ ਫਿਰ ਆਪ ਜੀ ਦਾ ਪੰਥ ਕਿਵੇਂ ਰਹੇਗਾ? ਕਿਉਂਕਿ ਆਪ ਜੀ ਨੇ ਤਾਂ ਆਪਣਾ ਪੰਥ ਅਬਚਲ ਪੰਥ ਸਾਜਿਆ। ਅਬਚਲ ਜਿਹੜਾ ਚਲਾਏ ਮਾਨ ਨਾ ਹੋਵੇ, ਅਬਚਲ ਨੀਂਵ ਧਰੀ ਹੈ ਸਤਿਗੁਰ। ਇਹ ਗੁਰੂ ਖਾਲਸੇ ਪੰਥ ਦੀ ਜਿਹੜੀ ਨੀਂਹ ਰੱਖੀ ਹੈ, ਇਹ ਅਬਚਲ ਨੀਂਵ ਹੈ। ਜੁਗ ਜੁਗ ਚੜਾ ਸਵਾਈ, ਇਹ ਤਾਂ ਜੁਗਾਂ ਜੁਗਾਂ ਤੱਕ ਹੋਰ ਵੱਧਦੀ ਚਲੀ ਜਾਣੀ ਹੈ, ਇਹ ਪੰਥ ਵੱਧਦਾ ਚੱਲਿਆ ਜਾਣਾ ਮਹਾਰਾਜ। ਪਰ ਜਦੋਂ ਅਬਦਾਲੀ ਆਵੇਗਾ, ਉਦੋਂ ਮਹਾਰਾਜ ਆਪ ਜੀ ਦਾ ਪੰਥ ਕਿਵੇਂ ਰਹੇਗਾ? ਤਬ ਕਿਮ ਥਿਰ ਹੋਵੇ ਅੰਤਰ ਜਾਮੀ। ਇਹ ਅੰਤਰਯਾਮੀ ਸਤਿਗੁਰੂ ਤੁਸੀਂ ਤਾਂ ਜਾਣਦੇ ਹੋ, ਦੱਸੋ ਆਪ ਜੀ ਦਾ ਪੰਥ ਫਿਰ ਕਿਵੇਂ ਥਿਰ ਹੋਵੇਗਾ ਜਦੋਂ ਕੰਧਾਰੀ ਯਮਨ ਆਵੇਗਾ? ਸੁਨ ਪ੍ਰਭ ਬੋਰ ਸੁਨਾਏ ਭਵਿਖੈ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਫਿਰ ਭਵਿੱਖ ਸੁਣਾਉਂਦੇ ਹਨ, ਕਹਿਣ ਲੱਗੇ, ਜਿਸ ਤੇ ਤੀਰ ਲਈ ਗਨ ਸਿੱਖੈ। ਜਿਨ੍ਹਾਂ ਬਚਨਾਂ ਨੂੰ ਸੁਣ ਕੇ ਸਿੱਖਾਂ ਦੇ ਹਿਰਦਿਆਂ ਨੂੰ ਮਨਾਂ ਨੂੰ ਧੀਰਜ ਪ੍ਰਾਪਤ ਹੋਇਆ, ਐਸੇ ਅੰਮ੍ਰਿਤ ਬਚਨ ਮਹਾਰਾਜ ਜੀ ਨੇ ਜੋ ਭਵਿੱਖ ਵਿੱਚ ਵਰਤਣੇ ਨੇ, ਉਹ ਸਿੰਘਾਂ ਨੂੰ ਪੰਥ ਨੂੰ ਸੁਣਾਏ। ਕ੍ਰਿਸ਼ਨ ਚੰਦ ਜੋ ਦਾ ਪੁਜ ਪਾਰੀ। ਮਹਾਰਾਜ ਜੀ ਕਹਿੰਦੇ ਦੁਆਪਰ ਯੁੱਗ ਦਾ ਬਲੀ ਅਵਤਾਰੀ ਪੁਰਸ਼ ਹੋਏ ਨੇ ਭਗਵਾਨ ਕ੍ਰਿਸ਼ਨ ਜੀ। ਜਰਾ ਸੰਧ ਭਾਜਿਓ ਬਹੁ ਬਾਰੀ। 17 ਵਾਰ ਜਰਾ ਸਿੰਧ ਆਇਆ ਉਹਨਾਂ ਨਾਲ ਲੜਨ ਵਾਸਤੇ, ਕੰਸ ਦਾ ਸਹੁਰਾ ਸੀ ਜਰਾ ਸੰਧ। 17 ਵਾਰ ਭਗਵਾਨ ਕ੍ਰਿਸ਼ਨ ਨਾਲ ਲੜਨ ਆਇਆ ਤੇ ਹਰ ਵਾਰੀ ਹਾਰ ਕੇ ਵਾਪਸ ਜਾਂਦਾ ਸੀ। ਤੋ ਜਰਾ ਸਿੰਧ ਨਾਲ ਭਗਵਾਨ ਕ੍ਰਿਸ਼ਨ ਜੀ ਦੇ ਜੰਗ ਹੁੰਦੇ ਰਹੇ। ਨ੍ਰਿਪ ਨੇ ਨਿਜ ਸਹਾਇਤਾ ਕਾਰਨ। ਰਾਜੇ ਜਰਾ ਸਿੰਧ ਨੇ ਆਪਣੀ ਮਦਦ ਲਈ, ਆਪਣੀ ਸਹਾਇਤਾ ਲਈ, ਕਿਉਂਕਿ ਹਾਰ ਕੇ ਜਾਂਦਾ ਸੀ, ਫੌਜ ਇਕੱਠੀ ਕਰਦਾ ਸੀ, ਫਿਰ ਆ ਕੇ ਲੜਦਾ ਸੀ। ਤੋ ਰਾਜੇ ਜਰਾ ਸਿੰਧ ਨੇ ਉਸ ਵਕਤ ਆਪਣੀ ਮਦਦ ਵਾਸਤੇ ਆਪਣੀ ਸਹਾਇਤਾ ਲਈ ਕਾਲ ਜਮਨ ਕਰ ਸਖਾ ਹਕਾਰਨ। ਇੱਕ ਕਾਲ ਜਮਨ ਨਾਮ ਦਾ ਯੋਧਾ ਸੀ, ਕਾਲ ਜਮਨ, ਉਹਨੂੰ ਉਹਨੇ ਆਪਣੀ ਸਹਾਇਤਾ ਲਈ, ਆਪਣੀ ਮਦਦ ਲਈ ਬੁਲਾਇਆ। ਉਹ ਹਬਸ਼ ਵਲੈਤ ਦਾ ਸੀ। ਹਬਸ਼ ਵਲੈਤ ਦੇ ਹਬਸ਼ੀਆਂ ਦੀ ਜਿਹੋ ਜਿਹੀ ਸ਼ਕਲ ਹੁੰਦੀ ਹੈ, ਉਦਾਂ ਦੀ ਸ਼ਕਲ ਦਾ ਉਹ ਕਾਲ ਜਮਨ ਸੀ, ਜੋ ਰਾਜੇ ਜਰਾ ਸਿੰਧ ਦੀ ਮਦਦ ਵਾਸਤੇ ਉਹਦੇ ਸੱਦੇ ਤੇ ਆਇਆ। ਹਫਸ ਵਲਾਇਤ ਜੈ ਤਨ ਕਾਰੇ। ਹਬਸ਼ ਵਲਾਇਤ ਦੇਸ਼ ਜਿੱਥੇ ਕਾਲੇ ਹੁੰਦੇ ਐ, ਅੱਜ ਇਹਨਾਂ ਨੂੰ ਹਬਸ਼ੀ ਕਿਹਾ ਜਾਂਦਾ ਹੈ, ਉੱਥੋਂ ਦੇ ਇਲਾਕੇ ਦੇ, ਉੱਥੋਂ ਦਾ ਉਹ ਕਾਲ ਜਮਨ ਆਪਣੇ ਨਾਲ ਬੜੀ ਵੱਡੀ ਫੌਜ ਲੈ ਕੇ ਆਇਆ। ਮੋਟੇ ਹੋਠ ਨਾਕ ਚਪਟਾਰੇ। ਇਹਨਾਂ ਦੇ ਮੋਟੇ ਮੋਟੇ ਬੁੱਲ ਹੁੰਦੇ ਨੇ ਤੇ ਨੱਕ ਚਪਟੀਆਂ ਹੁੰਦੀਆਂ ਨੇ, ਮੋਟੀਆਂ ਮੋਟੀਆਂ ਅੱਖਾਂ ਹੁੰਦੀਆਂ ਨੇ। ਤੈਂ ਕੋ ਸ਼ਾਹੋ ਚੜਿਓ ਬਲ ਭਾਰੀ। ਉਸ ਹਬਸ਼ ਵਲੈਤ ਦਾ ਉਹ ਰਾਜਾ ਸੀ ਕਾਲ ਜਮਨ। ਹਬਸ਼ ਵਲੈਤ ਦੇ ਇਸ ਇਲਾਕੇ ਵਿੱਚ, ਅਫਰੀਕਾ ਦਾ ਇਲਾਕਾ ਜਿਸ ਨੂੰ ਕਿਹਾ ਜਾਂਦਾ, ਉੱਥੇ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ। ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ ਕਿ ਉਸ ਵੇਲੇ ਇੱਥੋਂ ਦਾ ਰਾਜਾ ਲਾਜਵਰਦ ਸੀ, ਜਿਹੜਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਸੇਵਕ ਹੋਇਆ। ਤੋ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਉੱਥੋਂ ਦਾ ਰਾਜਾ ਸੀ ਰਾਜਾ ਕਾਲ ਜਮਨ। ਕਾਲ ਜਮਨ ਨੂੰ
ਰਾਜੇ ਜਰਾ ਸਿੰਧ ਨੇ ਆਪਣੀ ਮਦਦ ਵਾਸਤੇ ਸੱਦਿਆ, ਭਗਵਾਨ ਕ੍ਰਿਸ਼ਨ ਦੇ ਖਿਲਾਫ ਲੜਾਈ ਕਰਨ ਲਈ, ਜੰਗ ਕਰਨ ਲਈ। ਲਰਨ ਕ੍ਰਿਸ਼ਨ ਕੋ ਲੀਨੇ ਹਕਾਰੀ, ਕ੍ਰਿਸ਼ਨ ਜੀ ਨਾਲ ਲੜਨ ਵਾਸਤੇ, ਉਹਨੂੰ ਆਪਣੀ ਮਦਦ ਵਾਸਤੇ ਫੌਜਾਂ ਸਮੇਤ ਸੱਦਿਆ। ਮਥੁਰਾ ਹਤੋਂ ਲੂਟ ਸਭ ਕਰੋ, ਕਾਲ ਜਮਨ ਦੇ ਮਨ 'ਚ ਗੁੱਸਾ ਸੀ, ਉਹਦੇ ਮਨ 'ਚ ਰੋਸ ਸੀ ਕਿ ਮੈਂ ਆਇਆ ਤੇ ਆ ਕੇ ਮਥੁਰਾ ਖਤਮ ਕਰ ਦਿਆਂਗਾ, ਸਾਰੀ ਮਥੁਰਾ ਕਤਲ ਕਰ ਦਿਆਂਗਾ, ਔਰ ਮਥੁਰਾ ਨੂੰ ਕਤਲ ਕਰਕੇ ਸਾਰੀ ਮਥੁਰਾ ਲੁੱਟ ਲਵਾਂਗਾ। ਏਦਾਂ ਕਾਲ ਜਮਨ ਦੇ ਮਨ ਵਿੱਚ ਏਦਾਂ ਦੀ ਇੱਛਾ ਸੀ। ਇਹੀ ਮਨੋਰਥ ਮਨ ਮੈਂ ਧਰੋ, ਇਹੀ ਮਨੋਰਥ ਉਹਨੇ ਆਪਣੇ ਮਨ ਵਿੱਚ ਧਾਰਿਆ ਹੋਇਆ ਸੀ, ਮਥੁਰਾ ਮਾਰ ਕੇ ਲੁੱਟਣ ਦਾ। ਜਬ ਭਟ ਪੇਰ ਦੋਹਨ ਕੋ ਹੋਵਾ, ਜਦੋਂ ਆਇਆ ਲੜਾਈ ਕਰਨ ਲਈ, ਦੋਹਾਂ ਪਾਸੇ ਸੂਰਮਿਆਂ ਦਾ ਭੇੜ ਹੋਇਆ। ਕਾਲ ਜਮਨ ਨੇ ਭਗਵਾਨ ਕ੍ਰਿਸ਼ਨ ਨੂੰ ਵੰਗਾਰਿਆ, ਆਖਿਆ ਉਹ ਭਗਵਾਨ ਕ੍ਰਿਸ਼ਨ ਤੂੰ ਦੁਆਪਰ ਦਾ ਅਵਤਾਰ ਸਦਾਉਣਾ, ਆ ਮੇਰੇ ਨਾਲ ਦੋ ਹੱਥ ਕਰ, ਜੰਗ ਲੜ। ਕਲਗੀਧਰ ਜੀ ਨੇ ਉਹ ਛੰਦ ਲਿਖਿਆ ਆਪਣੀ ਬਾਣੀ ਦਸਮ ਗ੍ਰੰਥ ਸਾਹਿਬ ਵਿੱਚ, ਜੋ ਕਾਲ ਜਮਨ ਨੇ ਜਰਾ ਸਿੰਧ ਨੂੰ ਵੰਗਾਰਦਿਆਂ ਉਚਾਰਨ ਕੀਤਾ। ਫਾਰਸੀ ਦਾ ਮਹਾਰਾਜ ਜੀ ਨੇ ਉਹ ਛੰਦ ਉਚਾਰਿਆ, ਕਲਗੀਧਰ ਜੀ ਨੇ ਕ੍ਰਿਸ਼ਨਾ ਅਵਤਾਰ ਚ ਸ੍ਰੀ ਦਸਮ ਬਾਣੀ ਚੋਂ ਛੰਦ ਦਰਜ ਹੈ। ਕਾਲ ਜਮਨ ਨੇ ਵੰਗਾਰ ਕੇ ਆਖਿਆ ਕ੍ਰਿਸ਼ਨ ਜੀ ਨੂੰ, ਕਹਿਣ ਲੱਗਾ ਜ਼ੰਗ ਦਰਾਇਦ ਕਾਲ ਜਮਨ ਬਗੋਇਦ ਕੀ ਮਨ ਫੌਜ ਕੋ ਸ਼ਾਹਮ, ਬਾਮਨ ਜ਼ੰਗ ਬਗੋ ਕੁਨ ਬਿਆਹਰ ਗਿਜ਼ ਦਿਲ ਮੋ ਨਜ਼ਰਾ ਕੁਨ ਵਾਹਮ, रोज मया दुनिया आफताब श्याम सबे अदली सब शाहम, कान गुराजी बकुन तो ब्याह खुश मां तो कुनेम जे जंग गुआहम। कहन लगा हे कृष्ण, जंग दे मैदान दा तू जे सूरज है ते मैं भी पिछे नहीं हाँ, मैं भी जंग दे मैदान दा शाह सवार हाँ। एक पासे तू अपनी फौज दा शाहम बादशाह, दूजे पासे मैं अपनी फौज दा बादशाह हाँ। ते फौज लड़ान दी बजाए एक पासे तू शाह है, तू आ, ते अपनी फौज वालों मैं शाह हाँ, मैं आना, आपां दोवें लड़दे हैं। और तू अपने मन दा भरम कढ दे, मैं इहो जिहा जंग लड़ांगा तेरे नाल, ਇਹ ਗੱਲ ਮੈਂ ਗਰੰਟੀ ਨਾਲ ਕਹਿਣਾ ਵੀ ਤੇਰਾ ਮਨ ਖੁਸ਼ ਹੋ ਜਾਏਗਾ ਕਿ ਵਾਕਈ ਕਿਸੇ ਨਾਲ ਜੰਗ ਕੀਤਾ। ਕਲਗੀਧਰ ਨੇ ਛੰਦ ਲਿਖਿਆ, ਖੁਸ਼ ਮਾਂ ਤੋਂ ਕੁਨੇਮ, ਕਹਦੇ ਖੁਸ਼ ਕਰ ਦਿਆਂਗਾ ਤੈਨੂੰ, ਇਹੋ ਜਿਹਾ ਜੰਗ ਲੜਾਂਗਾ। ਜੰਗ ਤੂੰ ਬੜੇ ਲੜੇ ਹੋਣੇ ਆ ਪਹਿਲਾਂ, ਪਰ ਜਿਹੋ ਜਿਹਾ ਜੰਗ ਮੈਂ ਲੜਾਂਗਾ ਤੇਰਾ ਮਨ ਖੁਸ਼ ਹੋ ਜਾਏਗਾ। ਇਹ ਸਾਰੇ ਖਲੋਤੇ ਗਵਾਹੀ ਭਰਨਗੇ ਇਸ ਵਿੱਚ ਕਿ ਹਾਂ ਵਾਕਈ ਜੰਗ ਹੋਇਆ ਕਾਲ ਜਮਨ ਤੇ ਭਗਵਾਨ ਕ੍ਰਿਸ਼ਨ ਦਾ। ਏਦਾਂ ਇਹਨੇ ਵੰਗਾਰਿਆ, ਦੋਹਾਂ ਪਾਸੇ ਸੂਰਮਿਆਂ ਦਾ ਭੇੜ ਹੋਣ ਲੱਗਾ। ਜਮਨ ਅਪਾਵਨ ਤਨ ਕੋ ਜੋਆ, ਕ੍ਰਿਸ਼ਨ ਨੇ ਵੇਖਿਆ ਵੀ ਕਾਲ ਜਮਨ ਨੂੰ ਸ਼ਸਤਰ ਨਾਲ ਨਹੀਂ ਮਾਰਨਾ, ਯਮਨ ਹੈ, ਪਾਪੀ ਹੈ, ਹਵਸ਼ ਵਲੈਤ ਤੋਂ ਆਇਆ, ਜੇ ਸ਼ਸਤਰ ਨਾਲ ਮਾਰਿਆ ਇਹਨੇ ਮੁਕਤ ਹੋ ਜਾਣਾ, ਵੀ ਇਹਨੂੰ ਸ਼ਸਤਰ ਨਾਲ ਨਹੀਂ ਮਾਰਨਾ, ਹਥਿਆਰ ਨਾਲ ਨਹੀਂ ਮਾਰਨਾ। ਛੋਵੇ ਨਾ ਅੰਗ ਸੰਗ ਮਤ ਮੂਡਾ, ਇਸ ਮੂਰਖ ਦੇ ਨਾਲ ਮੇਰੇ ਸਰੀਰ ਦਾ, ਕਿਉਂਕਿ ਜਦੋਂ ਜੰਗ ਲੜਾਂਗੇ ਭੇੜ ਹੋਵੇਗਾ ਤੇ ਇਹਦੇ ਸਰੀਰ ਨਾਲ ਮੇਰਾ ਸਰੀਰ ਸਪਰਸ਼ ਹੋਵੇਗਾ। ਇਹ ਪਾਪੀ ਯਮਨ, ਇਹਦੇ ਸਰੀਰ ਦੇ ਨਾਲ ਮੇਰੇ ਸਰੀਰ ਦਾ ਭੇੜ ਨਾ ਹੋਵੇ, ਇਹਦੇ ਵਾਸਤੇ ਮੈਨੂੰ ਕੋਈ ਵਿਉਂਤ ਬੰਧਣੀ ਕਰਨੀ ਚਾਹੀਦੀ ਹੈ। ਚਲੇ ਪਾਜ ਆਸ਼ੇ ਤਰ ਗੂਡਾ, ਕਾਲ ਜਮਨ ਲੜਨ ਆਇਆ, ਭਗਵਾਨ ਜੀ ਅੱਗੇ ਲੱਗ ਕੇ ਦੌੜ ਪਏ ਭਗਵਾਨ ਕ੍ਰਿਸ਼ਨ ਜੀ। ਇਹ ਪਿੱਛੇ ਪਿੱਛੇ, ਉਹ ਠਹਿਰ ਆਪਾਂ ਲੜੀਏ। ਕ੍ਰਿਸ਼ਨ ਜੀ ਨਾ ਰੁਕਣ, ਉਹ ਅੱਗੇ ਅੱਗੇ ਪਿੱਛੇ ਪਿੱਛੇ। ਮਥੁਰਾ ਤੋਂ ਆਗਰੇ ਨੂੰ ਜਾਂਦੇ ਆ, ਰਸਤੇ ਵਿੱਚ ਉਹ ਮੁਚਕੰਦ ਦੀ ਜਗ੍ਹਾ ਬਣੀ ਹੋਈ ਹੈ, ਮੁਚਕੰਦ ਰਿਸ਼ੀ। ਉੱਥੇ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਵੀ ਹੈ। ਮਹਾਰਾਜ 6ਵੇਂ ਪਾਤਸ਼ਾਹ ਨੇ ਉੱਥੇ ਇੱਕ ਸ਼ੇਰ ਦਾ ਸ਼ਿਕਾਰ ਖੇਡਿਆ ਸੀ। ਪੁਰਾਣੀ ਇਮਾਰਤ ਬਣੀ ਹੋਈ, ਬਹੁਤ ਪੁਰਾਣੀ। ਕੁਝ ਸਾਲ ਹੋਏ ਅਸੀਂ ਗਏ ਸੀ ਦਰਸ਼ਨਾਂ ਨੂੰ। ਉੱਥੇ ਕੋਈ ਮਹਾਤਮਾ ਨੇ ਜੋ ਉਸ ਸਥਾਨ ਦੀ ਸੇਵਾ ਸੰਭਾਲ ਕਰਦੇ ਆ, ਸਰਕਾਰੀ
ਬਿਲਡਿੰਗ ਉਹ ਪੁਰਾਤਨ ਹੋਣ ਕਰਕੇ ਉਹਨਾਂ ਨੇ ਕੇਸ ਲੜ ਕੇ ਜਿੱਤੀ ਹੈ। ਗੁਰੂ ਘਰ ਹੈ ਸੁੰਦਰ, ਮਹਾਰਾਜ ਜੀ ਦਾ ਪ੍ਰਕਾਸ਼ ਹੈ, ਇਮਾਰਤ ਪੁਰਾਣੀ ਬਣੀ ਹੋਈ, ਉੱਥੇ ਨਾਲ ਹੀ ਮੁਚਕੰਦ ਰਿਸ਼ੀ ਦਾ ਉਹ ਥਾਂ ਹੈ, ਗੁਫਾ ਹੈ, ਜਿੱਥੇ ਭਗਵਾਨ ਕ੍ਰਿਸ਼ਨ ਜੀ ਦੌੜ ਕੇ ਗਏ। ਸੈਲ ਕੰਦਰਾ ਮੈਂ ਮੁਚਕੰਦਾ, ਉਹ ਗੁਫਾ ਸੀ ਉੱਥੇ ਮੁਚਕੰਦ ਰਿਸ਼ੀ ਦੀ। ਉਸ ਮੁਚਕੰਦ ਰਿਸ਼ੀ ਦੀ ਜਿਹੜੀ ਗੁਫਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਗਏ। ਸੁਪਤ ਪਰਿਓ ਤਰ ਨੀਂਦ ਬਿਲੰਦਾ, ਜਿਹੜਾ ਉਹ ਮੁਚਕੰਦ ਰਿਸ਼ੀ ਸੀ ਉਹ ਸੁੱਤਾ ਪਿਆ ਸੀ ਨੀਂਦ ਵੱਲ। ਉਹਨੂੰ ਇਹ ਵਰ ਸੀ ਵੀ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਸ ਵੱਲ ਵੇਖੇਗਾ ਉਹ ਸੜ ਕੇ ਸਵਾਹ ਹੋ ਜਾਏਗਾ। ਮੁਚਕੰਦ ਰਿਸ਼ੀ ਨੂੰ ਇਹ ਵਰਦਾਨ ਪ੍ਰਾਪਤ ਸੀ। ਕਹਿੰਦੇ ਉਸੇ ਸੈਲ ਦੇ ਵਿੱਚ, ਕੰਦਰਾ ਦੇ ਵਿੱਚ ਮੁਚਕੰਦ ਸੁੱਤਾ ਪਿਆ। ਕ੍ਰਿਸ਼ਨ ਜੀ ਭੱਜ ਕੇ ਉਸ ਗੁਫਾ ਦੇ ਵਿੱਚ ਅੰਦਰ ਜਾ ਕੇ ਲੁਕ ਗਏ। ਰਣ ਕਰ ਸੁਰਹਿਤ ਬਰ ਕੋ ਪਾਏ, ਉਹਨੇ ਜੰਗ ਦੇ ਮੈਦਾਨ 'ਚ ਲੜ ਕੇ ਵਰ ਪ੍ਰਾਪਤ ਕੀਤਾ ਹੋਇਆ ਸੀ ਮੁਚਕੰਦ ਨੇ। ਮੋਹੇ ਜਗਾਏ ਜੋ ਜਰ ਬਰ ਜਾਏ, ਉਹ ਜੰਗ ਕਰਕੇ ਆਰਾਮ ਕਰ ਰਿਹਾ ਸੀ। ਉਹਨੇ ਵਰ ਲਿਆ ਸੀ ਵੀ ਜਿਹੜਾ ਮੈਨੂੰ ਜਗਾਏਗਾ ਮੈਂ ਜਦੋਂ ਉਹਦੇ ਵੱਲ ਵੇਖਾਂਗਾ ਉਹ ਸੜ ਕੇ ਸਵਾਹ ਹੋ ਜਾਏਗਾ। ਇਹ ਵਰ ਲੈ ਕੇ ਉਹ ਬੜੀ ਬੇਫਿਕਰੀ ਨਾਲ ਮੁਚਕੰਦ ਉੱਥੇ ਸੁੱਤਾ ਪਿਆ ਸੀ। ਕਹਾਂ ਪਹੁੰਚ ਸ਼੍ਰੀ ਕ੍ਰਿਸ਼ਨ ਮੁਰਾਰੀ, ਭਗਵਾਨ ਕ੍ਰਿਸ਼ਨ ਜੀ ਉਸੇ ਮੁਚਕੰਦ ਰਿਸ਼ੀ ਦੀ ਗੁਫਾ ਵਿੱਚ ਚਲੇ ਗਏ। ਤਤ ਛਿਨ ਬਲ ਤੇ ਲਾਤ ਪ੍ਰਹਾਰੀ, ਕ੍ਰਿਸ਼ਨ ਜੀ ਤਾਂ ਅੰਦਰ ਚਲੇ ਗਏ, ਪਿੱਛੇ ਮੁਚਕੰਦ ਪਹੁੰਚ ਗਿਆ। ਪੁੱਛਣ ਵਾਸਤੇ ਵੀ ਗਿਆ ਕਿੱਥੇ ਕ੍ਰਿਸ਼ਨ। ਉਹਨੇ ਆਖਿਆ ਵੀ ਆਹ ਕੱਪੜਾ ਲੈ ਕੇ ਪਿਆ ਕ੍ਰਿਸ਼ਨ ਹੀ ਹੈ। ਉਹਨੇ ਆ ਕੇ ਜ਼ੋਰ ਨਾਲ ਬਲ ਨਾਲ ਠੁੱਡਾ ਮਾਰਿਆ ਮੁਚਕੰਦ ਰਿਸ਼ੀ ਨੂੰ ਕਾਲ ਜਮਨ ਨੇ। ਉੱਠ ਰਿਸ ਤੇ ਤਿੰਨ ਲੋਚਨ ਖੋਲੇ, ਮੁਚਕੰਦ ਰਿਸ਼ੀ ਨੇ ਇੱਕਦਮ ਆਪਣੀਆਂ ਅੱਖਾਂ ਖੋਲੀਆਂ ਤੇ ਵੇਖਿਆ ਸਾਹਮਣੇ ਕਾਲ ਜਮਨ ਹੈ। ਜਰਿਓ ਜਮਨ ਹੋਏ ਹਰ ਓਲੇ, ਕਹਿੰਦੇ ਉਸੇ ਵਕਤ ਜਦੋਂ ਵੇਖਿਆ ਤੇ ਕਾਲ ਜਮਨ ਸੜ ਕੇ ਸਵਾਹ ਹੋ ਗਿਆ। ਭਗਵਾਨ ਕ੍ਰਿਸ਼ਨ ਜੀ ਓਲੇ ਹੋ ਕੇ ਖਲੋਤੇ ਹੱਸੀ ਜਾਂਦੇ ਹਨ। ਅਤਨ ਮਨੋਰਥ ਮਥਰਾ ਕੇਰਾ, ਹੁਣ ਕਾਲ ਜਮਨ ਦੇ ਮਨ ਵਿੱਚ ਮਨੋਰਥ ਸੀ ਕਿ ਮੈਂ ਮਥਰਾ ਮਾਰ ਕੇ ਲੁੱਟ ਕੇ ਲੈ ਕੇ ਜਾਣੀ ਹੈ, ਮਥਰਾ ਨੂੰ ਉਜਾੜ ਕੇ ਲੁੱਟ ਕੇ ਲੈ ਕੇ ਜਾਣਾ ਹੈ। ਮਰਨ ਵੇਲੇ ਉਹਦੇ ਮਨ ਵਿੱਚ ਕਾਲ ਜਮਨ ਦੇ ਇਹ ਮਨੋਰਥ ਸੀ। ਲੈ ਕਰ ਮਿਰਤਕ ਪਇਓ ਤਿਸ ਬੇਰਾ, ਪਰ ਉਹਦਾ ਮਨੋਰਥ ਪੂਰਾ ਨਹੀਂ ਹੋਇਆ। ਆਪਣਾ ਉਹੀ ਮਨੋਰਥ ਲੈ ਕੇ ਉਹ ਮਰ ਗਿਆ। ਜਨ ਮੈਂ ਗੋਸੋ ਦੇਸ਼ ਕੰਧਾਰਾ, ਕਹਿੰਦੇ ਦੁਬਾਰਾ ਉਸ ਕਾਲ ਜਮਨ ਦਾ ਜਨਮ ਹੋਇਆ ਕੰਧਾਰ ਦੇ ਇਲਾਕੇ ਵਿੱਚ, ਕੰਧਾਰੀ ਬਣ ਕੇ ਅਬਦਾਲੀ ਦੇ ਰੂਪ ਵਿੱਚ। ਹਾਂਜੀ, ਨਾਦਰ ਸ਼ਾਹ ਆਪ ਕਰ ਮਾਰਾ, ਇਹਨੇ ਨਾਦਰ ਨੂੰ ਕਹਿੰਦੇ ਆਪ ਜਿੱਤਿਆ। ਨਾਦਰ ਤੋਂ ਬਾਅਦ ਇਹ ਕੰਧਾਰ ਦਾ ਰਾਜਾ ਬਣਿਆ। ਸੋ ਪੰਜਾਬ ਦੇਸ਼ ਪਰ ਆਵੇ, ਮਹਾਰਾਜ ਜੀ ਕਹਿੰਦੇ ਉਹੀ ਕਾਲ ਜਮਨ ਜਿਹੜਾ ਉਹ ਕੰਧਾਰੀ ਬਣ ਕੇ ਜੰਮਿਆ, ਉਹਦੇ ਮਨ 'ਚ ਇੱਛਾ ਸੀ ਵੀ ਮੈਂ ਮਥਰਾ ਮਾਰ ਕੇ ਮਥਰਾ ਨੂੰ ਲੁੱਟ ਕੇ ਖਤਮ ਕਰਨਾ ਹੈ। ਉਹ ਮਨੋਰਥ ਲੈ ਕੇ ਮਰ ਗਿਆ ਕਾਲ ਜਮਨ। ਮੁੜ ਕੇ ਕੰਧਾਰੀ ਅਬਦਾਲੀ ਬਣ ਕੇ ਆ ਕੇ ਆਪਣਾ ਮਨੋਰਥ ਪੂਰਾ ਕਰੇਗਾ। ਉਹ ਆ ਕੇ ਮਥਰਾ ਵੀ ਮਾਰੇਗਾ, ਮਥਰਾ ਨੂੰ ਲੁੱਟੇਗਾ ਵੀ। ਨਰ ਨਖ ਸੋਟੇ ਊਜਰ ਜਾਵੇ, ਬਹੁਤ ਸਾਰਿਆਂ ਲੋਕਾਂ ਕੋਲੋਂ ਲੁੱਟ ਖੋਹ ਕਰੇਗਾ, ਬੜੇ ਪਿੰਡਾਂ ਨਗਰਾਂ ਸ਼ਹਿਰਾਂ ਨੂੰ ਉਜਾੜੇਗਾ। ਦਲ ਲੈ ਬਲ ਕਰ ਅਗਰ ਸਿਧਾਰੇ, ਦਲ ਦੇ ਨਾਲ ਬਲ ਦੇ ਨਾਲ ਉਹ ਅੱਗੇ ਵੱਧ ਕੇ ਜਾਏਗਾ। ਡੰਡੇ ਸਬਨ ਅਰੇ ਜੋ ਮਾਰੇ, ਬਹੁਤਿਆਂ ਨੂੰ ਡੰਡ ਦੇਵੇਗਾ, ਜਿਹੜਾ ਅੜੇਗਾ ਉਹਨੂੰ ਮਾਰ ਦੇਵੇਗਾ। ਮਥਰਾ ਕਰੇ ਕਤਲ ਤੈ ਜਾਏ, ਕਹਿੰਦੇ ਫਿਰ ਉਹ ਮਥਰਾ ਪਹੁੰਚੇਗਾ, ਮਥਰਾ ਜਾ ਕੇ ਕਤਲੋ ਗਾਰਤ ਕਰੇਗਾ, ਮਥਰਾ ਲੁੱਟੇਗਾ। ਪ੍ਰਥਮ ਮਨੋਰਥ ਕੋ ਸਫਲਾਏ, ਉਹਦਾ ਉਹ ਜਿਹੜਾ ਮਨੋਰਥ ਕਾਲ ਜਮਨ ਦੇ ਰੂਪ ਵਿੱਚ ਰਹਿ ਗਿਆ ਸੀ, ਆਪਣੇ ਉਸ ਮਨੋਰਥ ਨੂੰ ਪੂਰਾ ਕਰੇਗਾ। ਮਮ ਕਰ ਸੰਗ ਖਿਸੈ ਜਿਸ ਕਾਲਾ, ਤੇ ਪੂਰੇ ਹਿੰਦੁਸਤਾਨ ਨੂੰ ਤਹਿਸ ਨਹਿਸ ਕਰਦਿਆਂ ਜਦੋਂ ਸਾਡੇ ਘਰ ਦੇ ਨਾਲ ਵੈਰ ਵਿੱਢੇਗਾ, ਸਾਡੇ ਘਰ ਦੇ ਨਾਲ ਯਾਨੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਮੱਥਾ ਲਾਵੇਗਾ। ਥਿਰੇ ਨਾ ਪੁਨ ਬਿਨ ਸੈ ਸੋ ਉਤਾਲਾ, ਕਹਿੰਦੇ ਫਿਰ ਉਹ ਥਿਰੇਗਾ ਨਹੀਂ, ਉਹਦਾ ਛੇਤੀ ਵਿਨਾਸ਼ ਹੋ ਜਾਏਗਾ। ਜਦੋਂ ਸ੍ਰੀ ਹਰਿਮੰਦਰ ਸਾਹਿਬ ਆ ਕੇ ਨੇ ਕੁੱਪੇ ਰੱਖ ਕੇ ਬਰੂਦ ਦੇ ਹਰਿਮੰਦਰ ਸਾਹਿਬ ਉਡਾਇਆ ਸੀ ਅਬਦਾਲੀ ਨੇ,
ਉੱਥੋਂ ਹੀ ਇੱਕ ਇੱਟ ਨਿਕਲ ਕੇ ਦੀ ਨੱਕ ਵਿੱਚ ਵੱਜਿਆ, ਨਸੂਰ ਬਣਿਆ। ਮੁੜ ਕੇ ਅਬਦਾਲੀ ਹਿੰਦੁਸਤਾਨ 'ਚ ਨਹੀਂ ਆਇਆ, ਉੱਥੇ ਹੀ ਮਰ ਮੁੱਕ ਗਿਆ ਕੰਧਾਰ ਵਿੱਚ। ਕਲਗੀਧਰ ਪਾਤਸ਼ਾਹ ਕਹਿੰਦੇ ਪੂਰੇ ਹਿੰਦੁਸਤਾਨ ਨੂੰ ਤਹਿਸ ਨਹਿਸ ਕਰਨ ਵਾਲਾ ਅਬਦਾਲੀ ਜਦੋਂ ਸਾਡੇ ਘਰ ਦੇ ਨਾਲ ਮੱਥਾ ਲਾਵੇਗਾ, ਉਹ ਇਹਦਾ ਅੰਤਲਾ ਹੱਲਾ ਹੋਵੇਗਾ, ਅੰਤਲਾ ਹਮਲਾ ਹੋਵੇਗਾ, ਮਰ ਮੁੱਕ ਜਾਏਗਾ। ਸ਼ਰਾਪ ਗੁਰੂ ਅਰਜਨ ਜੀ ਕਹਿਓ। ਕਹਿੰਦੇ ਜਿਹੜਾ ਸਾਡਾ ਘਰ ਹੈ ਸ੍ਰੀ ਹਰਿਮੰਦਰ ਸਾਹਿਬ, ਉਹਦੇ ਦੁਬਾਰਾ ਬਣਨ ਦਾ ਬਚਨ ਸਾਡੇ ਵੱਡਿਆਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ ਸੀ। ਬਨੇ ਬੌਰ ਹਰ ਮੰਦਰ ਚਇਓ। ਪੰਜਵੇਂ ਪਾਤਸ਼ਾਹ ਨੇ ਜਦੋਂ ਨੀਂਹ ਰੱਖੀ ਸੀ, ਆਖਿਆ ਸੀ ਇੱਕ ਵਾਰ ਦੁਬਾਰਾ ਇਸ ਮੰਦਰ ਦੀ ਉਸਾਰੀ ਹੋਵੇਗੀ। ਜਾਂਤੇ ਕਰੇ ਬਿਦਾਰਨ ਸੋਏ। ਇਸ ਕਰਕੇ ਇੱਕ ਵਾਰੀ ਉਹ ਕੰਧਾਰੀ ਅਬਦਾਲੀ ਆ ਕੇ ਸਾਡਾ ਘਰ ਢਾਵੇਗਾ, ਸਾਡੇ ਦਰਬਾਰ ਦੀ ਹੁਰਮਤੀ ਕਰੇਗਾ। ਔਰ ਖਾਲਸੇ ਕਰਤੇ ਹੋਏ। ਤੇ ਖਾਲਸਾ ਪੰਥ ਦੁਬਾਰਾ ਫੇਰ ਉਸ ਪਾਵਨ ਦਰਬਾਰ ਨੂੰ ਬਣਾਵੇਗਾ, ਦੁਬਾਰਾ ਉਸ ਪਵਿੱਤਰ ਦਰਬਾਰ ਦੀ ਸਿਰਜਣਾ ਮੇਰਾ ਖਾਲਸਾ ਪੰਥ ਕਰੇਗਾ। ਕਲਗੀਧਰ ਜੀ ਦੇ ਭਵਿੱਖਤ ਬਚਨ ਸੱਚ ਹੋਏ। ਮਮ ਘਰ ਬਿਗਰੇ ਦੋਸ਼ ਕਨੇਰਾ। ਕਹਿੰਦੇ ਅਬਦਾਲੀ ਜਦੋਂ ਸਾਡੇ ਘਰ ਨਾਲ ਵਿਗੜੇਗਾ ਨਾ, ਦਰਬਾਰ ਸਾਹਿਬ ਨਾਲ ਮੱਥਾ ਲਾਏਗਾ, ਫਿਰ ਇਹਦਾ ਨਾਸ਼ ਹੋਵੇਗਾ, ਇਹਦਾ ਸदैवी ਕਾਲ ਲਈ ਖਾਤਮਾ ਹੋ ਜਾਏਗਾ। ਲਗੇ ਮੂਡ ਕੋ ਬਿਨ ਸੈ ਫੇਰਾ। ਇਹੋ ਜਿਹਾ ਉੱਥੋਂ ਇਹੋ ਜੀ ਸਜ਼ਾ ਮਿਲੇਗੀ ਉਸ ਮੂਰਖ ਨੂੰ ਕਿ ਬਿਨਸ ਜਾਏਗਾ। ਤੇ ਐਸਾ ਹੀ ਹੋਇਆ ਸੀ। ਇਹਨੇ ਪੁੱਛਿਆ ਵੀ ਕਿੱਥੋਂ ਸੁਰਜੀਤ ਹੁੰਦੇ ਆ? ਕਹਿੰਦੇ ਹਰਮੰਦਰ ਸਾਹਿਬ ਤੋਂ, ਅੰਮ੍ਰਿਤਸਰ ਸਰੋਵਰ ਚੋਂ। ਹਰਮੰਦਰ ਸਾਹਿਬ ਆ ਕੇ ਇਹਨੇ ਸਰੋਵਰ ਪੂਰਿਆ। ਫਿਰ ਹਰਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਕੁੱਪੇ ਰੱਖ ਕੇ ਬਰੂਦ ਦੇ ਜਦੋਂ ਉਡਾਇਆ, ਅਜਗੈਬੀ ਢੰਗ ਨਾਲ ਦੂਰ ਖਲੋਤੇ ਦੀ ਨੱਕ ਦੇ ਵਿੱਚ ਆ ਕੇ ਇੱਟ ਵੱਜੀ, ਫੌਜ ਦੇ ਵਿੱਚ ਖੜੇ ਦੇ। ਇੰਨੀ ਭਿਆਨਕ ਵੱਜੀ ਵੀ ਨਥੁੰਨਾ ਭੰਨਿਆ ਗਿਆ ਔਰ ਉਹ ਨਾਸੂਰ ਬਣ ਗਿਆ। ਉਸੇ ਪੀੜਾ ਦੇ ਨਾਲ ਅਬਦਾਲੀ ਅੰਤ ਨੂੰ ਚਲਾਣੇ ਕਰ ਗਿਆ। ਤੋ ਮਹਾਰਾਜ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ, ਕਹਿੰਦੇ ਉਸ ਵੇਲੇ ਇਹਦਾ ਸਾਰਾ ਤੇਜ ਪ੍ਰਤਾਪ ਬਿਨਸ ਜਾਵੇਗਾ ਮੂਰਖ ਦਾ, ਮੁੜ ਕੇ ਫਿਰ ਹਿੰਦੁਸਤਾਨ ਤੇ ਫੇਰਾ ਨਹੀਂ ਪਾ ਸਕੇਗਾ। ਅਬਦਾਲੀ ਦਾ ਅਖੀਰਲਾ ਹੱਲਾ ਸੀ। ਉਸ ਤੋਂ ਬਾਅਦ ਮੁੜ ਕੇ ਅਬਦਾਲੀ ਆਇਆ, ਪਰ ਲਾਹੌਰ ਤੋਂ ਹੀ ਪਿੱਛੇ ਵਾਪਸ ਮੁੜ ਗਿਆ, ਇੱਧਰ ਲਾਹੌਰ ਟੱਪ ਕੇ ਅੱਗੇ ਨਹੀਂ ਆ ਸਕਿਆ। ਹਾਂਜੀ। ਰਚਿਓ ਅਕਾਲ ਖਾਲਸਾ ਬਲੀ। ਮਹਾਰਾਜ ਜੀ ਕਹਿੰਦੇ ਖਾਲਸਾ ਜੀ, ਇਹ ਜਿਹੜਾ ਖਾਲਸਾ ਇਹ ਅਕਾਲ ਹੈ ਔਰ ਇਹ ਬਲੀ ਹੈ, ਇਹ ਸਤ ਤੇ ਸदैवी ਹੈ, ਇਹ ਅਵਚਲ ਹੈ, ਇਹ ਸदैवी ਰਹੇਗਾ। ਹੱਥ ਲੈ ਹੈ ਤਿਸ ਕੋ ਬਿਦ ਭਲੀ। ਮੇਰਾ ਇਹ ਅਕਾਲ ਖਾਲਸਾ ਬਲੀ ਹੋ ਕੇ ਉਸ ਵੈਰੀ ਨੂੰ ਵੀ ਮਾਰ ਕੇ ਸਾਧ ਲਵੇਗਾ। ਤੇ ਪੰਜਾਬ ਤੇ ਤੁਰਤ ਨਿਕਾਸ। ਔਰ ਇਹਨਾਂ ਮਲੇਛਾਂ ਨੂੰ ਪੰਜਾਬ ਦੀ ਧਰਤੀ ਤੋਂ ਮੇਰਾ ਖਾਲਸਾ ਤੁਰਤ ਫੁਰਤ ਕੱਢ ਦੇਵੇਗਾ। ਅਬਦਾਲੀ ਆਉਂਦਾ ਲਾਹੌਰ ਤੋਂ ਹੀ ਅਖੀਰ ਨੂੰ ਵਾਪਸ ਮੁੜ ਗਿਆ। ਪਤਾ ਲੱਗਾ ਵੀ ਇੱਥੇ ਲਾਹੌਰ ਦੇ ਉੱਤੇ ਖਾਲਸੇ ਦਾ ਕਬਜ਼ਾ ਹੋ ਚੁੱਕਾ ਹੈ। ਹਰੀ ਸਿੰਘ ਭੰਗੀ ਵਰਗਿਆਂ ਨੇ, ਲਹਿਣਾ ਸਿੰਘ ਵਰਗਿਆਂ ਯੋਧਿਆਂ ਨੇ ਲਾਹੌਰ ਦੇ ਉੱਤੇ ਆਪਣਾ ਰਾਜ ਕਾਇਮ ਕਰ ਲਿਆ ਹੋਇਆ। ਬਹੁਰ ਨਿਆਵਨ ਕੀ ਰਖ ਆਸ। ਕਹਿੰਦੇ ਮੁੜ ਕੇ ਅਬਦਾਲੀ ਵਾਪਸ ਹਿੰਦੁਸਤਾਨ ਆਉਣ ਦੀ ਆਸ ਨਹੀਂ ਰੱਖੇਗਾ। ਗਰਜੈ ਪੰਥ ਫੇਰ ਟਿਕ ਰਾਜੂ। ਔਰ ਕਹਿੰਦੇ ਮੇਰਾ ਫਿਰ ਖਾਲਸਾ ਪੰਥ ਗਰਜੇਗਾ ਜਦੋਂ ਅਬਦਾਲੀ ਨਹੀਂ ਆਵੇਗਾ। ਉਸ ਤੋਂ ਬਾਅਦ ਫਿਰ ਮੇਰਾ ਖਾਲਸਾ ਸੁਰਖਰੂ ਹੋ ਜਾਏਗਾ ਔਰ ਮੇਰੇ ਪੰਥ ਦਾ, ਮੇਰੇ ਖਾਲਸੇ ਦਾ ਰਾਜ ਪੰਜਾਬ ਦੀ ਧਰਤੀ ਤੇ ਹੋਵੇਗਾ। ਪ੍ਰਗਟੈ ਵੀਰ ਸਿੰਘ ਸੁਖ ਰਾਜੂ। ਕਹਿੰਦੇ ਮੇਰੇ ਵੀਰ ਯੋਧੇ ਜਿਹੜੇ ਸੂਰਮੇ ਨੇ ਉਹ ਖਾਲਸੇ ਪੰਥ 'ਚ ਪ੍ਰਗਟਣਗੇ, ਜਿਹੜੇ ਸੁਖ ਸਹਿਤ ਰਾਜ ਕਰਨਗੇ। ਕਥਾ ਭਵਿੱਖਤ ਗੁਰੂ ਸੁਨਾਈ। ਇਹ ਭਵਿੱਖਤ ਬਚਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਸੁਣਾਈ। ਪਠਨ ਸੁਨਨ ਬਹੁ ਪੁੰਨਿ ਉਪਾਈ। ਖਾਲਸਾ ਜੀ ਇਹ ਜਿਹੜੀ ਪਵਿੱਤਰ ਕਥਾ ਹੈ, ਇਸ ਨੂੰ ਪੜਨ ਤੇ ਸੁਣਨ ਦਾ ਬੜਾ ਵੱਡਾ ਪੁੰਨ ਹੈ।
ਇਹ ਕਥਾ ਜੋ ਆਪ ਜੀ ਸੁਣ ਰਹੇ ਹੋ, ਇਸ ਕਥਾ ਨੂੰ ਪੜਨ ਤੇ ਸੁਣਨ ਦਾ ਬੜਾ ਵੱਡਾ ਪੁੰਨ ਤੇ ਮਹਾਤਮ ਹੈ। ਸਹਿਜ ਸੁਭਾਏ ਪ੍ਰਭੂ ਚਲ ਆਏ। ਇਹ ਤਾਂ ਸਹਿਜ ਸੁਭਾਏ ਸੁਤੇ ਸਿਧ ਕਲਗੀਧਰ ਜੀ ਸਤਲੁਜ ਦਰਿਆ ਤੇ ਬਚਨ ਬਿਲਾਸ ਕਰਦਿਆਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਹਨ। ਸੁੰਦਰ ਸਦਨ ਪ੍ਰਵੇਸ਼ ਸੁਹਾਏ। ਸੋਹਣੇ ਜੇ ਮਹੱਲਾਂ ਵਿੱਚ ਮੇਰੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ ਹੈ। ਕਿਹਰ ਜਥਾ ਕੰਦਰਾਂ ਵਿਖੇ। ਕਹਿੰਦੇ ਏਦਾਂ ਮਹਾਰਾਜ ਜੀ ਆਪਣੇ ਮਹਿਲ ਚ ਆਏ ਨੇ ਜਿਵੇਂ ਕੋਈ ਬੱਬਰ ਸ਼ੇਰ ਆਪਣੀ ਕੰਦਰਾ ਵਿੱਚ ਆਉਂਦਾ ਹੈ। ਜਿਤ ਕਿਤ ਤੇ ਰਿਪ ਗਨ ਇਮ ਪਿਖੇ। ਸਾਰੇ ਆਲੇ ਦੁਆਲੇ ਦੁਸ਼ਮਣ ਜਿਹੜੇ ਨੇ ਉਹ ਵੇਖ ਕੇ ਭੈ ਭੀਤ ਹੁੰਦੇ ਨੇ। ਸੁਪਤ ਜਥਾ ਸੁਖ ਰਾਤ ਬਿਤਾਈ। ਮਹਾਰਾਜ ਜੀ ਕਿਉਂਕਿ ਸ਼ਾਮ ਰਾਤ ਵੇਲਾ ਹੋ ਚੁੱਕਾ ਸੀ, ਸੁਖਾਸਣਾ ਤੇ ਬਿਰਾਜ ਕੇ ਗੁਰਦੇਵ ਨੇ ਸੁਖ ਨਾਲ ਰਾਤ ਬਤੀਤ ਕੀਤੀ ਹੈ। ਸਭ ਸੰਗਤ ਸੁਨ ਸੁਨ ਬਿਸਮਾਈ। ਜਿੰਨੀ ਸੰਗਤ ਨੇ ਮਹਾਰਾਜ ਜੀ ਕੋਲੋਂ ਇਹ ਭਵਿੱਖਤ ਬਚਨ ਸੁਣੇ ਨੇ, ਸੁਣ ਕੇ ਸਭ ਬਿਸਮਾਦ ਵਿੱਚ ਨੇ, ਹੈਰਾਨੀ ਵਿੱਚ ਹਨ।